ਘਰਾਂ ਦੀ ਮਾਰਕੀਟ ਨੂੰ ਕੰਟਰੋਲ ਕਰਨ ਦਾ ਫੈਡਰਲ ਸਰਕਾਰ ਦਾ ਯਤਨ ਤੇ ਉਸ ਯਤਨ ਦੇ ਵਿੱਚੋਂ ਇੱਕ ਗੱਲ ਸਾਹਮਣੇ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਫਲਿੱਪਿੰਗ ਨਹੀਂ ਹੋ ਸਕੂਗੀ। ਫਲਿੱਪਿੰਗ ਕੀ ਹੁੰਦੀ ਆ? ਜਿੰਨੀ ਕੁ ਗੱਲ ਆਪਾਂ ਸਮਝਦੇ ਹਾਂ ਕਿ ਇੱਕ ਘਰ ਲੈ ਕੇ ਉਹਦੇ ਵਿੱਚੋਂ ਮੁਨਾਫਾ ਕੱਢ ਕੇ ਉਸੇ ਵੇਲੇ ਉਹਨੂੰ ਅੱਗੇ ਵੇਚ ਦੇਣਾ, ਅਗਲੇ ਨੇ ਫੇਰ ਉਹਦੇ 'ਚੋਂ ਮੁਨਾਫਾ ਲੈ ਕੇ ਅੱਗੇ ਵੇਚ ਦੇਣਾ, ਜਿਹਦੇ ਨਾਲ ਕਿ ਰੇਟ ਵੱਧਦੇ ਰਹਿੰਦੇ ਆ। ਅਸਲ ਦੇ ਵਿੱਚ ਜਿਹੜੇ ਲੋਕ ਰਹਿਣ ਲਈ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਅਖਿਆਈ ਹੋ ਜਾਂਦੀ ਹੈ, ਅਤੇ ਜਿਨ੍ਹਾਂ ਨੇ ਪੈਸੇ ਵਾਲਿਆਂ ਨੇ ਮੁਨਾਫਾ ਕਮਾਉਣਾ ਹੁੰਦਾ ਉਹ ਵਿੱਚੋਂ ਮੁਨਾਫਾ ਕੱਢ ਜਾਂਦੇ ਆ। ਇਸ ਕਾਨੂੰਨ ਦੇ ਤਹਿਤ ਜਾਂ ਜਿਹੜੀ ਇਹ ਗੱਲਬਾਤ ਪ੍ਰਪੋਜ਼ਲ ਚੱਲ ਰਹੇ ਆ, ਇਹਦੇ ਤਹਿਤ ਕੀ ਤੰਗੀ ਹੋਊਗੀ ਕਿ ਆਮ ਬੰਦਾ ਘਰ ਵੇਚ ਨਹੀਂ ਸਕਦਾ ਜੇ ਉਹਨੇ ਲੈ ਲਿਆ, ਜਾਂ ਉਹ ਕੀ ਘਰ ਲੈਣ ਤੋਂ ਕਿੰਨੇ ਚਿਰ ਬਾਅਦ ਅਗਲਾ ਘਰ ਲੈ ਸਕਦਾ? ਇਸ ਮਾਮਲੇ ਸੰਬੰਧੀ ਅਸੀਂ ਗੁਰਤੇਜ ਗਿੱਲ ਹੋਣਾ ਦੇ ਕੋਲ ਆਏ ਹਾਂ ਰਾਇਲੀ ਪੇਜ ਤੋਂ, ਉਹਨਾਂ ਕੋਲੋਂ ਜਾਣਦੇ ਕਿ ਮਾਮਲਾ ਹੈ ਕੀ। ਗਿੱਲ ਸਾਹਿਬ, ਫਲਿੱਪਿੰਗ ਕਿਹਨੂੰ ਕਹਿੰਦੇ ਪਹਿਲਾਂ ਤਾਂ ਇਹ ਦੱਸਿਓ, ਤੇ ਫਲਿੱਪਿੰਗ ਕਰਦੇ ਕਿੱਦਾਂ ਆ ਜੀ? ਕੀ ਇਹ ਮਾੜੀ ਗੱਲ ਹੁੰਦੀ ਹੈ ਜਾਂ ਗੈਰ ਕਾਨੂੰਨੀ ਹੈ? ਨਹੀਂ ਜੀ, ਨਹੀਂ, ਗੈਰ ਕਾਨੂੰਨੀ ਨਹੀਂ। ਪਹਿਲਾਂ ਤਾਂ ਜਸਕਰਨ ਜੀ, ਤੁਹਾਡਾ ਤੇ ਚੈਨਲ ਪੰਜਾਬੀ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਜੀ ਆਇਆਂ ਨੂੰ, ਤੁਸੀਂ ਸਾਡੇ ਗ੍ਰਹਿ ਵਿਖੇ ਆਏ ਹੋ, ਅਤੇ ਬਹੁਤ ਬਹੁਤ ਧੰਨਵਾਦ ਆ ਆਪਣੇ ਦਰਸ਼ਕਾਂ ਦੇ ਨਾਲ। ਜਿਹੜੀ ਇਹ ਸੂਚਨਾ ਹੈ, ਭਾਵੇਂ ਆਪਾਂ ਇਹ ਸੂਚਨਾ ਐਜ਼ ਐਕਸਪਰਟ ਦੇ ਤੌਰ 'ਤੇ ਨਹੀਂ, ਜੋ ਮੈਂ ਇਹ ਅਜ਼ਿਊਮ ਕਰਕੇ ਚੱਲਦਾ ਹੈਗਾ, ਐਜ਼ ਏ ਰੀਅਲ ਐਸਟੇਟ ਪ੍ਰੋਫੈਸ਼ਨਲ ਹੀ ਜਿਹੜਾ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਸਾਂਝੀ ਕਰਾਂਗੇ, ਜਿਹੜੀ ਮੈਂ ਵੀ ਇਨਫੋਰਮੇਸ਼ਨ ਦੇਵਾਂਗਾ, ਨਾਟ ਐਜ਼ ਐਨ ਐਕਸਪਰਟ। ਸੋ ਤੁਹਾਡਾ ਕੁਐਸਚਨ ਸੀ ਕਿ ਗੈਰ ਕਾਨੂੰਨੀ ਗੈਰ ਕਾਨੂੰਨੀ ਨਹੀਂ, ਬਟ ਇਹ ਹੈ ਕਿ ਕਿਉਂਕਿ ਡਿਮਾਂਡ ਐਂਡ ਸਪਲਾਈ 'ਤੇ ਮੁਨਸਰ ਕਰਦੀ ਹੈ ਦੋਨੇ ਚੀਜ਼ਾਂ, ਠੀਕ ਹੈ। ਔਰ ਗੌਰਮੈਂਟ ਦੀ ਇਹ ਡਿਊਟੀ ਹੈ ਕਿ ਉਹ ਡਿਮਾਂਡ ਅਤੇ ਸਪਲਾਈ ਨੂੰ, ਦੋਨਾਂ ਧਿਰਾਂ ਨੂੰ, ਇਸ ਚੀਜ਼ ਨੂੰ ਕੰਟਰੋਲ ਕਰਕੇ ਰੱਖੇ। ਸੋ ਉਹਦੇ ਲਈ ਗੌਰਮੈਂਟ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਆਪਣੇ ਵੱਲੋਂ ਜਿਹੜੇ ਆ ਉਹ ਇੰਤਜ਼ਾਮ ਕਰਦੀ ਹੈ, ਕੋਸ਼ਿਸ਼ਾਂ ਕਰਦੀ ਹੈਗੀ ਹੈ, ਰੂਲਸ ਐਂਡ ਰੈਗੂਲੇਸ਼ਨ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਆਹ ਹੁਣ ਵਾਲਾ ਜਿਹੜਾ ਬਜਟ ਹੈ, ਜਿਹਦੇ 'ਤੇ ਆਪਾਂ ਗੱਲ ਵੀ ਕਰਾਂਗੇ, ਕਿ ਇਹਦੇ ਵਿੱਚ ਵੀ ਕੁਛ ਇੱਕ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਹੈਗੀਆਂ, ਜੋ ਮੈਂ ਸਮਝਦਾ ਹਾਂ ਕਿ ਇਸ ਸੰਬੰਧ ਦੇ ਵਿੱਚ ਨੀਤ ਅਤੇ ਨੀਅਤ ਜਿਹੜੀ ਹੈ ਉਹ ਮੈਟਰ ਕਰਦੀਆਂ। ਨੀਤੀ ਅਤੇ ਨੀਅਤ, ਨੀਅਤ ਸਰਕਾਰ ਦੀ ਬਹੁਤ ਅੱਛੀ ਹੈਗੀ ਹੈ ਕਿ ਅਫੋਰਡੇਬਿਲਿਟੀ 'ਤੇ ਆਪਾਂ ਜਿਹੜਾ ਕੰਟਰੋਲ ਕਰਨਾ ਹੈ, ਇਹਨੂੰ ਆਪਣਾ ਅੰਡਰ ਕੰਟਰੋਲ ਲੈ ਕੇ ਆਉਣਾ ਹੈਗਾ, ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਕੋਲੇ ਵੀ ਆਪਣਾ ਜਿਹੜਾ ਘਰ ਹੈ ਉਹ ਹੋ ਸਕੇ। ਬਟ ਜਿਹੜੀ ਨੀਤੀ ਹੈ, ਮੈਂ ਸਮਝਦਾ ਕੁਛ ਹੱਦ ਤੱਕ ਉਹਦੇ 'ਚ ਕੁਛ ਜਾਂ ਤਾਂ ਉਹ ਪੂਰੀ ਨਹੀਂ, ਉਸ ਹੱਦ ਤੱਕ ਨਹੀਂ ਜਿਸ ਹੱਦ ਤੱਕ ਜਿਹੜੀ ਇਹ ਸਮੱਸਿਆ ਵਧੀ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਹੀ ਆਪਾਂ ਜਿਹੜੀ ਉਹ ਗੱਲ ਕਰਾਂਗੇ। ਸੋ ਕਮਿੰਗ ਟੂ ਯੂਅਰ ਪੁਆਇੰਟ ਕਿ ਜਿਹੜੀ ਫਲਿੱਪਿੰਗ ਹੈ ਜਾਂ ਇਹ ਕੋਈ ਇਲੀਗਲ ਨਹੀਂ, ਪ੍ਰੋਵਾਈਡਡ ਕਿ ਇਹਦੇ 'ਚ ਕੋਈ ਲੁਕਿਆ ਕੋਈ ਇਸ ਤਰ੍ਹਾਂ ਦਾ ਨਾ ਹੋਵੇ, ਜਿਸ ਤਰ੍ਹਾਂ ਕੋਈ ਬਾਹਰ ਜਾਂ ਸੈਲਰ ਜਾਂ ਵੱਡੇ ਜਿਹੜੇ ਰੀਅਲ ਸਟੇਟ ਦੇ ਪੰਡਿਤ ਹੈ ਉਹ ਕਈ ਵਾਰ ਕਰ ਲੈਂਦੇ ਆ। ਸੋ ਜੇ ਉਸ ਤਰ੍ਹਾਂ ਦਾ ਕੋਈ ਅੰਸ਼ ਨਹੀਂ ਤਾਂ ਇਹਦੇ ਵਿੱਚ ਨਥਿੰਗ ਇਜ਼ ਇਲੀਗਲ। ਫਲਿੱਪਿੰਗ ਕਹਿੰਦੇ ਕਿਹਨੂੰ ਆ ਜੀ? ਫਲਿੱਪਿੰਗ, ਜਸਕਰਨ ਜੀ, ਬੇਸਿਕਲੀ ਇਹ ਹੈਗਾ ਕਿ ਮੰਨ ਲਓ, ਮੈਂ ਐਗਜ਼ਾਮਪਲ ਤੁਹਾਨੂੰ ਇਹ ਦਿੰਦਾ ਕਿ ਮੈਂ ਅੱਜ ਇੱਕ ਘਰ ਲੈਣ ਵਾਸਤੇ ਆਫਰ ਪਾਈ ਹੈ, ਠੀਕ ਹੈ। ਉਸ ਘਰ ਦਾ ਮੈਂ ਮੰਨ ਲਓ ਕਿ 1 ਮਿਲੀਅਨ ਦੀ ਪਾਈ ਹੈ। ਮੇਰੇ ਦਿਮਾਗ 'ਚ ਇਹ ਆਇਆ, ਜਾਂ ਮਾਰਕੀਟ ਦੀ ਸਿਚੁਏਸ਼ਨ ਨੂੰ ਲੈ ਕੇ, ਜਾਂ ਤਾਂ ਪ੍ਰੋਪਰਟੀ ਮੈਨੂੰ ਸਸਤੀ ਮਿਲ ਗਈ ਹੈ, ਜਾਂ ਇਹ ਮੈਨੂੰ ਪਾਸਿਓਂ ਪਤਾ ਲੱਗਦਾ ਹੈਗਾ ਕਿ ਉਹਦੀ ਵੈਲਿਊ ਜਿਹੜੀ ਆ ਉਹ 1.1 ਜਾਂ 1.2 ਹੈ, ਠੀਕ ਹੈ। ਸੋ ਮੈਂ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦਾ ਬਿਫੋਰ ਆਈ ਕੰਪਲੀਟ, ਕਿਉਂਕਿ ਜਿਹੜਾ ਕਾਂਟਰੈਕਟ ਆਫ ਪਰਚੇਜ ਜਾਂ ਸੇਲ ਹੈ, ਇਹਦਾ ਇੱਕ ਪ੍ਰੋਸੈਸ ਹੁੰਦਾ। ਪਹਿਲਾਂ ਮੈਂ ਆਫਰ ਪਾਉਣਾ ਹੈਗਾ, ਆਫਰ ਤੋਂ ਬਾਅਦ ਫਿਰ ਕੰਡੀਸ਼ਨਸ ਉਹਦੇ 'ਤੇ ਹੁੰਦੀਆਂ। ਸਬਜੈਕਟ ਕੰਡੀਸ਼ਨ ਨੂੰ ਆਪਾਂ ਜਦੋਂ ਰਿਮੂਵ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਡਿਪੋਜ਼ਿਟ ਦਿੱਤਾ ਹੁੰਦਾ, ਅਤੇ ਨਾਲ ਫਿਰ ਉਸ ਦੇ ਮਹੀਨਾ, 1.5 ਮਹੀਨਾ, 15 ਦਿਨ, ਜਿੰਨਾ ਵੀ ਜੋ ਵੀ ਉਹਦੇ ਵਿੱਚ ਹੁੰਦਾ, ਕਿ ਉਹਨੂੰ ਕੰਪਲੀਟ ਕਰਨ ਦੀ ਜਿਹੜੀ ਆ ਉਹ ਲਿਆਇਆ ਹੁੰਦਾ ਹੈ। ਹੁਣ ਕਰਦੇ ਕੀ ਹੈ ਕਿ ਕੁਛ ਇੱਕ ਬਾਇਰਸ ਜਿਹੜੇ ਹੈ, ਜਿਨ੍ਹਾਂ ਨੇ, ਜਿੱਥੋਂ ਇਹ ਪ੍ਰੋਬਲਮ ਸ਼ੁਰੂ ਹੋਈ, ਬੇਸਿਕਲੀ ਮੈਂ ਇਹਨੂੰ ਪ੍ਰੋਬਲਮ ਇਸ ਕਰਕੇ ਕਹਿੰਦਾ ਕਿ ਸਰਕਾਰ ਨੂੰ ਨੱਥ ਪਾਉਣੀ ਪਈ ਇਸ ਹੱਦ ਤੱਕ ਇਹ ਸਮੱਸਿਆ ਜਿਹੜੀ ਹੋ ਗਈ ਸੀ, ਕਿਉਂਕਿ ਅਫੋਰਡੇਬਿਲਿਟੀ 'ਤੇ ਵੀ ਇਸ ਨੇ ਬਹੁਤ ਜ਼ਿਆਦਾ ਵੱਡਾ ਅਸਰ ਕੀਤਾ ਸੀਗਾ। ਸੋ ਉਹ ਜਿਹੜੇ ਬਾਇਰ ਹੈ ਉਹ ਕੀ ਕਰਦੇ ਹੈਗੇ ਆ ਕਿ ਕੰਪਲੀਟ ਕਰਨ ਦੇ ਵਿੱਚ ਕੁਝ ਸਮਾਂ ਲੈ ਲੈਂਦੇ ਆ ਸੈਲਰ ਤੋਂ, ਠੀਕ ਹੈ, ਕਿ ਮੈਂ ਜੀ 2 ਜਾਂ 3 ਮਹੀਨੇ ਤੱਕ ਜਿਹੜਾ ਇਹਨੂੰ ਕੰਪਲੀਟ ਕਰੂੰਗਾ। ਸੋ ਡਿਊਰਿੰਗ ਦੈਟ ਟਾਈਮ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ, ਕਿਉਂਕਿ 2 ਮਹੀਨੇ ਦੇ ਵਿੱਚ ਉਹ ਅੱਗੇ ਗਾਂ ਉਹਨੂੰ, ਤਾਂ ਕਿ ਉਹ ਕੰਪਲੀਟ ਨਹੀਂ ਕਰਾਉਂਦਾ ਪ੍ਰੋਪਰਟੀ, ਉਹ ਆਪਣਾ ਵਿੱਚੋਂ ਮੁਨਾਫਾ ਲੈ ਲੈਂਦਾ, 2 ਲੱਖ ਜਾਂ 1.5 ਜਾਂ ਲੱਖ ਜਾਂ ਤੋਂ ਜਿੰਨਾ ਉਹਨੇ ਲੈਣਾ ਹੈਗਾ, ਅਤੇ ਜਿਹੜਾ ਤੀਸਰਾ ਬੰਦਾ ਹੈਗਾ ਉਹ ਉਹਨੂੰ ਕੰਪਲੀਟ ਕਰਵਾਊਗਾ। ਸੋ ਇਹ ਜਿਹੜਾ ਪ੍ਰੋਸੈਸ ਹੈਗਾ ਕਿ ਵਿੱਚੋਂ ਨਿਕਲ ਜਾਣਾ, ਜਿਹੜਾ ਅਸਲੀ ਬਾਇਰ ਨੇ ਵਿੱਚੋਂ ਨਿਕਲ ਜਾਣਾ, ਅਤੇ ਬਾਇਰ ਜਿਹੜਾ ਹੋਰ ਬਣ ਜਾਣਾ। ਸੋ ਦੈਟਸ ਆਮ ਜਿਹੜੀ ਸਧਾਰਨ ਸ਼ਬਦਾਂ ਵਿੱਚ ਇਹ ਫਲਿੱਪਿੰਗ ਹੈ। ਅਤੇ ਸਰਕਾਰ ਪਹਿਲਾਂ ਕਹਿੰਦੇ ਵੀ ਫਲਿੱਪਿੰਗ ਨਹੀਂ ਹੋਣ ਦਿੰਦੀ, ਉਹ ਕਹਿੰਦੇ ਅਸੀਂ ਰੋਕੀ ਹੈ ਫਲਿੱਪਿੰਗ। ਪਹਿਲਾਂ ਕੀ ਕੀਤਾ ਜਾਂਦਾ ਅਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਰਿਹਾ ਇਹਦੇ ਤਹਿਤ ਕੀ ਹੋਊਗਾ? ਓਕੇ,
ਦੈਟਸ ਵੰਡਰਫੁਲ ਕੁਐਸਚਨ ਐਕਚੁਅਲੀ। ਫਲਿੱਪਿੰਗ ਜਿਹੜੀ ਹੈ, ਤੁਹਾਨੂੰ ਯਾਦ ਹੋਵੇ ਕਿ ਜੂਨ 2016 ਤੋਂ ਸ਼ੁਰੂ ਹੋਈ ਹੈ ਤੇ 18 ਤੱਕ ਇਹ ਸਮੱਸਿਆ ਚੱਲੀ ਸੀਗੀ। ਖਾਸ ਕਰਕੇ ਇਹ ਟੋਰਾਂਟੋ ਤੇ ਵੈਨਕੂਵਰ ਤੋਂ ਸ਼ੁਰੂ ਹੋਈ। ਵੈਨਕੂਵਰ ਦੇ ਵਿੱਚ ਕੁਛ ਇੱਕ ਖਾਸ ਕਮਿਊਨਿਟੀ ਨੇ ਖਾਸ ਕਰਕੇ ਕੀਤਾ ਕਿ ਇੱਕ ਘਰ ਦੀ ਜਿਹੜੀ ਹੈ 3-3 ਵਾਰੀ ਜਿਹੜਾ ਉਹ ਫਲਿੱਪਿੰਗ ਕਰ ਦਿੱਤੀ। ਜਾਣੀ ਇੱਕ ਬੰਦਾ ਹੈਗਾ ਵਿੱਚ, ਉਹਨੂੰ ਗਾਂਹ ਦਿੱਤਾ ਗਿਆ ਟਾਈਮ, ਉਹਨਾਂ ਨੇ 4 ਜਾਂ 5 ਮਹੀਨੇ ਦਾ ਲੈ ਲਿਆ। ਜਿਹੜਾ ਐਕਚੁਅਲ ਬਾਇਰ ਹੈ ਜਿਹੜਾ ਉਹ 5ਵਾਂ ਜਾਂ 6ਵਾਂ ਬੰਦਾ ਹੁੰਦਾ ਸੀਗਾ, ਤੇ ਵਿੱਚੋਂ ਜਿਹੜੇ ਬੰਦੇ ਸੀਗੇ ਉਹ ਸਾਰੇ ਉਹ ਨਿਕਲ ਜਾਂਦੇ ਸੀ। ਸੋ ਗਵਰਨਮੈਂਟ ਨੇ ਕੀ ਕੀਤਾ, ਦੂਸਰਾ ਇਹਦੇ ਵਿੱਚ ਪੁਆਇੰਟ ਸੀਗਾ ਡਬਲ ਐਂਡ ਦਾ। ਡਬਲ ਐਂਡ ਦਾ ਮਤਲਬ ਇਹ ਹੈ ਕਿ ਗੁਰਤੇਜ ਸਿੰਘ ਗਿੱਲ ਬਾਇਰ ਦਾ ਵੀ ਰੀਅਲਟਰ ਹੈਗਾ ਤੇ ਸੈਲਰ ਦਾ ਵੀ ਰੀਅਲਟਰ ਹੈਗਾ। ਸੋ ਬੜੀ ਸੁਭਾਵਿਕ ਜੀ ਇੱਕ ਗੱਲ ਸੀਗੀ ਕਿ ਇੱਕੋ ਰੀਅਲਟਰ ਜਿਹੜਾ, ਓਕੇ ਰੀਅਲਟਰ ਦਾ ਮਤਲਬ ਹੈਗਾ ਤੁਸੀਂ ਨੈਗੋਸ਼ੀਏਟ ਕਰਨਾ, ਠੀਕ ਹੈ। ਤੁਸੀਂ ਸੈਲਰ ਨੂੰ ਬੈਸਟ ਵੈਲਿਊ ਲੈ ਕੇ ਦੇਣੀ ਹੈਗੀ ਹੈ ਤੇ ਬਾਇਰ ਨੂੰ ਜਿਹੜੀ ਹੈ ਉਹ ਘੱਟ ਤੋਂ ਘੱਟ ਉਹਦੀ ਪ੍ਰਾਈਸ ਦੇ ਉੱਤੇ ਉਹਦੀ ਪ੍ਰਾਪਰਟੀ ਲੈ ਕੇ ਦੇਣੀ ਹੈਗੀ ਹੈ, ਠੀਕ ਹੈ। ਸੋ ਪਹਿਲਾਂ ਹੁੰਦਾ ਸੀਗਾ ਕਿ ਦੋਨੋਂ ਪਾਸੇ ਰਿਪਰੈਜ਼ੈਂਟ ਕਰਦਾ ਸੀਗਾ। ਸੋ ਮੀਨਸ ਕਿ ਦੋਨੋਂ ਪਾਸਿਓਂ ਜਿਹੜਾ ਉਹ ਕਮਿਸ਼ਨ ਲੈਂਦਾ ਸੀ। ਸੋ 2018 ਦੇ ਵਿੱਚ, ਇਫ ਆਈ ਐਮ ਨਾਟ ਰੋਂਗ, ਜੂਨ 16 2018 ਦੇ ਵਿੱਚ ਗਵਰਨਮੈਂਟ ਨੇ ਕੀਤਾ ਕਿ ਡਬਲ ਐਂਡ ਜਿਹੜਾ ਉਹ ਖਤਮ ਹੋਊਗਾ ਜੀ, ਠੀਕ ਹੈ। ਕੌਂਸਲ ਨੇ ਇਸ ਸੰਬੰਧੀ ਬਕਾਇਦਾ ਇਸ ਸੰਬੰਧੀ ਐਕਟ ਜਿਹੜਾ ਕਾਨੂੰਨ ਬਣ ਗਿਆ। ਸੋ ਡਬਲ ਐਂਡਿੰਗ ਖਤਮ ਹੋ ਗਈ ਤੇ ਇਹਦੇ ਨਾਲ ਹੀ ਜਿਹੜੀ ਹੈ ਉਹ ਫਲਿੱਪਿੰਗ ਦੇ ਉੱਤੇ ਕੰਟਰੋਲ ਇਹ ਕੀਤਾ ਕਿ ਸੈਕਸ਼ਨ 20 ਦੇ ਵਿੱਚ ਹੁੰਦਾ ਸੀਗਾ ਕਿ ਬਾਇਰ ਐਂਡ ਸੈਲਰ ਦਾ ਆਪਸ ਵਿੱਚ ਦੀ ਜਿਹੜਾ ਲੈਣ ਦੇਣ ਜਿਹੜਾ ਹੈਗਾ ਕਿ ਉਹ ਕੰਡੀਸ਼ਨਸ ਦਾ ਹੁੰਦਾ ਸੀ ਕਿ ਸਰਟਨ ਕੰਡੀਸ਼ਨ, ਜਨੈਰਿਕ ਕੰਡੀਸ਼ਨਸ ਹੁੰਦੀਆਂ ਸੀ। ਸੈਕਸ਼ਨ 20A ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਬੰਦਾ ਬਾਇਰ ਹੈ, ਜੇਕਰ ਉਹ ਕੰਪਲੀਟ ਨਹੀਂ ਕਰਦਾ ਪ੍ਰਾਪਰਟੀ ਨੂੰ, ਉਸ ਸੇਲ ਨੂੰ ਕੰਪਲੀਟ ਨਹੀਂ ਕਰਦਾ ਤੇ ਅੱਗੇ ਵੇਚਣੀ ਚਾਹੁੰਦਾ ਹੈਗਾ, ਤਾਂ ਉਹ ਜਿਹੜਾ ਸੈਲਰ ਹੈ ਉਹਦੀ ਪਰਮਿਸ਼ਨ ਦੇ ਨਾਲ ਹੀ ਕਰ ਸਕਦਾ ਹੈਗਾ, ਠੀਕ ਹੈ। ਮਤਲਬ ਜਿਹੜੀ ਗੱਲ ਮੈਂ ਸਮਝ ਰਿਹਾ ਕਿ ਬੰਦੇ ਨੇ ਬਿਆਨਾ ਦੇ ਦਿੱਤਾ, ਜੇ ਦੇਸੀ ਭਾਸ਼ਾ 'ਚ ਸਮਝੀਏ, ਰਜਿਸਟਰੀ ਕਰਾਉਣ ਤੋਂ ਪਹਿਲਾਂ ਉਹ ਤੋਂ ਮਹਿੰਗੀ ਕਿਸੇ ਹੋਰ ਨੂੰ ਵੇਚ ਦਿੰਦਾ। ਬਿਲਕੁਲ ਬਿਲਕੁਲ ਐਗਜ਼ੈਕਟਲੀ। ਸੋ ਉਹ ਬਿਆਨਾ ਕਰਨ ਤੋਂ ਜਾਂ ਬਿਆਨਾ ਕਰ ਲਿਆ, ਬਟ ਉਹਨੂੰ ਜਿਹੜਾ ਕੰਪਲੀਟ ਉਹਦੀ ਰਜਿਸਟਰੀ ਕਰਾਉਣ ਤੋਂ ਪਹਿਲਾਂ ਅੱਗੇ ਉਹਨੇ ਦੇ ਦਿੱਤੀ। ਬਟ 18 ਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਸੈਕਸ਼ਨ 20A ਵਿੱਚ ਪਾ ਦਿੱਤਾ ਕਿ ਸੈਲਰ ਦੀ ਪਰਮਿਸ਼ਨ ਜ਼ਰੂਰੀ ਹੈ, ਉਹਨੂੰ ਨੋਟੀਫਾਈ ਕਰਨਾ ਜ਼ਰੂਰੀ ਹੈ, ਨੰਬਰ 1। ਜਾਂ ਫਿਰ ਜਿਹੜਾ ਉਹਦੇ ਵਿੱਚੋਂ ਪ੍ਰੋਫਿਟ ਹੋਊਗਾ, ਉਹ ਪ੍ਰੋਫਿਟ ਜਿਹੜਾ ਐਕਚੁਅਲ ਸੈਲਰ ਹੈ ਉਹਨੂੰ ਜਾਊਗਾ, ਠੀਕ ਹੈ। ਹੁਣ ਕੀ ਕੀਤਾ ਕਿ ਜਿਹੜੇ ਬਾਇਰਸ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸੈਲਰਸ ਰੀਅਲਟਰਸ ਕਰਦੇ, ਕਿਉਂਕਿ ਐਡਵਾਈਸ ਤਾਂ ਰੀਅਲਟਰਸ ਦੀ ਹੀ ਹੁੰਦੀ ਹੈ, ਪ੍ਰੋਫੈਸ਼ਨਲ ਹੁੰਦੇ ਆ ਉਹ। ਬਾਇਰਸ ਇਹ ਕਹਿੰਦੇ ਆ ਕਿ ਆਹ ਜਿਹੜਾ ਸੈਕਸ਼ਨ 20A ਹੈ ਇਹਨੂੰ ਭਾਈ ਕੱਟ ਦੇ, ਤੂੰ ਕੱਟ ਕੇ ਉੱਤੇ ਜਿਹੜੇ ਸੈਲਰ ਦੇ ਇਨੀਸ਼ੀਅਲ ਕਰਵਾ ਲਾ। ਬੰਦਾ ਮਤਲਬ ਕਿ ਸੈਲਰ ਸ਼ੁੱਡ ਨੋ ਐਟ ਕੇ ਅਸੀਂ ਇਹਨੂੰ ਜਿਹੜਾ ਕੱਟਿਆ ਹੈਗਾ, ਆਪ ਵੀ ਇਨੀਸ਼ੀਅਲ ਕਰਤੇ। ਬਟ ਕਾਉਂਸਲ ਦੇ ਨਾਲ ਇਹਨੂੰ ਹੋਰ ਪੱਕਾ ਕੰਮ ਕਰਨ ਲਈ ਇੱਕ ਨੋਟਿਸ ਟੂ ਦਾ ਸੈਲਰ, ਇੱਕ 1 ਪੇਜ ਫਾਰਮ ਹੈ ਉਹ ਐਡ ਕਰਤਾ, ਜਿਹਦੇ ਵਿੱਚ ਗੱਲ ਪੂਰੀ ਹੋ ਜਾਂਦੀ ਹੈ ਕਿ ਜਿਹੜਾ ਸੈਲਰ ਹੈ ਇਸ ਚੀਜ਼ ਨੂੰ ਸਮਝਦਾ ਹੈਗਾ ਕਿ ਜੇਕਰ ਬਾਇਰ ਹੈ ਉਹ ਜੇ ਕੰਪਲੀਟ ਕਰਨ ਤੋਂ ਪਹਿਲਾਂ ਕਿਸੇ ਹੋਰ ਨੂੰ ਪ੍ਰਾਪਰਟੀ ਵੇਚਣਾ ਚਾਹੁੰਦਾ ਤਾਂ ਮੈਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ ਹੋਊਗਾ ਤੇ ਇਸ ਤੋਂ ਹੋਣ ਵਾਲਾ ਜਿਹੜਾ ਮੁਨਾਫਾ ਹੈ, ਜਿਹੜਾ ਪ੍ਰੋਫਿਟ ਹੈ, ਉਹ ਵੀ ਮੈਂ ਨਹੀਂ ਲਊਂਗਾ। ਸੋ ਇਹ ਜਿਹੜੀ ਪਿਛਲੀ ਜਿਹੜੀ ਹੈ 18 ਵਾਲੀ ਉਹਦੇ ਵਿੱਚ ਸੀਗਾ। ਤੇ ਹੁਣ ਜਿਹੜਾ ਹੈਗਾ ਕਿ ਨਵੇਂ ਐਕਟ ਦੇ ਵਿੱਚ ਉਹ ਹੈਗਾ ਕਿ 1 ਈਅਰ ਤੱਕ ਜੇ ਤੁਸੀਂ ਸੈੱਲ ਕਰਦੇ ਆ ਬਿਫੋਰ 12 ਮੰਥਸ ਤਾਂ ਉਹ ਐਜ਼ ਏ ਫਲਿੱਪਿੰਗ ਗਿਣੀ ਜਾਊਗੀ, ਠੀਕ ਹੈ। ਜੇ ਤੁਸੀਂ ਉਸ ਨੂੰ ਫਲਿੱਪਿੰਗ ਉਹ ਕਰਨੀ ਹੈ ਤਾਂ ਉਹਦੇ ਵਿੱਚੋਂ ਹੁਣ ਜਿਹੜਾ ਮੁਨਾਫਾ ਹੈ, ਮੰਨ ਲਓ 1 ਮਿਲੀਅਨ ਦੀ ਪ੍ਰਾਪਰਟੀ ਹੈਗੀ ਹੈ ਤੇ ਅੱਗੇ 1.2 ਦੀ ਵਿਕਦੀ ਹੈ, ਸੋ 2 ਲੱਖ ਤੇ ਜਿਹੜਾ ਉਹ ਗਵਰਨਮੈਂਟ ਨੇ ਅਜੇ ਟੈਕਸ ਇਹਦੇ 'ਤੇ ਨਿਰਧਾਰਿਤ ਨਹੀਂ ਕੀਤਾ, ਜੋ ਮੈਂ ਸਮਝਦਾ ਕਿ ਕਾਫੀ ਹਾਈ ਟੈਕਸ ਹੋਊਗਾ ਇਹ। ਸੋ ਬੇਸਿਕਲੀ ਇਸ ਫਲਿੱਪਿੰਗ ਨੂੰ ਡਿਸਕਰੇਜ ਕਰਨ ਦਾ ਜਿਹੜਾ ਇੱਕ ਤਰ੍ਹਾਂ ਦਾ ਸਰਕਾਰ ਦਾ ਹੀਲਾ ਹੈਗਾ। ਸੋ ਹੁਣ ਵਾਲੇ ਇਸ ਬਜਟ ਦੇ ਵਿੱਚ ਬਹੁਤ ਸਾਰੇ ਛੋਟੇ ਸਟੈਪਸ ਜਿਹੜੇ ਹੈਗੇ ਆ, ਜਿਹੜੇ ਗਵਰਨਮੈਂਟ ਨੇ ਪਾਏ ਆ ਤਾਂ ਕਿ ਹਾਊਸਿੰਗ ਅਫੋਰਡੇਬਿਲਟੀ ਵਧਾਈ ਜਾ ਸਕੇ ਤੇ ਆਮ ਜਿਹੜੇ ਹੈਗੇ ਆ ਲੋਕਾਂ ਨੂੰ ਘਰ ਹੈ ਉਹ ਮੁਹੱਈਆ ਹੋ ਸਕਣ। ਸੋ ਕਾਫੀ ਇਟਸ ਅ ਬਲੈਂਡ ਆਫ ਡਿਫਰੈਂਟ ਸਟੈਪਸ, ਠੀਕ ਹੈ, ਜਿਹਦੇ ਵਿੱਚੋਂ ਇਹ ਫਲਿੱਪਿੰਗ ਵਾਲਾ ਜਿਹੜਾ ਹੈਗਾ ਇਟਸ ਐਂਟੀ ਫਲਿੱਪਿੰਗ ਟੈਕਸ ਹੈ ਇਹਦਾ ਪੂਰਾ ਜਿਹੜਾ ਨਾਂ ਹੈ। ਅਜੇ ਇਹਦੀ ਪਰਸੈਂਟੇਜ ਹੈ ਉਹ ਨਿਰਧਾਰਿਤ ਗਵਰਨਮੈਂਟ ਨੇ ਅੱਗੇ ਕਰਨੀ ਹੈਗੀ ਆ। ਮਤਲਬ ਜੇ ਇੱਕ ਬੰਦੇ ਨੇ ਮਿਲੀਅਨ ਦਾ 10 ਲੱਖ ਦਾ ਘਰ ਲੈ ਲਿਆ ਤੇ ਉਹਨੇ 11ਵੇਂ ਮਹੀਨੇ ਦੇ ਵਿੱਚ ਜਾ ਕੇ ਉਹਨੂੰ 1.5 ਲੱਖ ਦਾ ਵੇਚ ਦਿੱਤਾ ਤਾਂ ਉਹਦੇ ਉੱਤੇ ਹਾਈ ਟੈਕਸ ਉਹਨੂੰ ਦੇਣਾ ਪਊਗਾ। ਜੇ ਉਹ ਸਾਲ ਤੋਂ ਬਾਅਦ ਵੇਚਦਾ ਹੈ ਤਾਂ ਫਿਰ ਉਹ ਟੈਕਸ ਨਹੀਂ ਦੇਣਾ ਪਊਗਾ। ਫਿਰ ਨਹੀਂ ਦੇਣਾ ਪੈਂਦਾ। ਮੈਂ ਕਹਿੰਦਾ ਜੀ 11 ਮਹੀਨੇ ਤੇ 29ਵੇਂ ਦਿਨ ਵੀ ਜੇ ਉਹਨੇ ਵੇਚਤਾ ਤਾਂ ਉਸ ਕੈਟਾਗਰੀ ਦੇ ਫਲਿੱਪਿੰਗ ਐਂਟੀ ਫਲਿੱਪਿੰਗ ਕੈਟਾਗਰੀ ਦੇ ਵਿੱਚ ਆਊਗਾ ਉਹ। ਤੇ ਜੇਕਰ ਉਹ ਇੱਕ ਦਿਨ ਉੱਪਰ ਵੇਚਦਾ ਹੈਗਾ ਤਾਂ ਦੈਨ ਡੈਫੀਨੇਟਲੀ ਉਹਦਾ ਜਿਹੜਾ ਕਾਗਜ਼ ਪੱਤਰ ਜਿਹੜਾ ਸ਼ੁਰੂ ਹੁੰਦਾ ਹੈ ਜਾਂ ਉਹਦਾ ਕੰਟਰੈਕਟ ਆਫ ਪਰਚੇਜ ਐਂਡ ਸੇਲ ਜਿਹੜੀ ਤਰੀਕ ਨੂੰ ਸਾਈਨ ਕਰਦਾ ਹੈ ਉਹ 12 ਮਹੀਨਿਆਂ ਤੋਂ ਬਾਅਦ ਕਰਦਾ ਤਾਂ ਉਹਨੂੰ ਕੋਈ
ਟੈਕਸ ਜਿਹੜਾ ਉਹ ਨਹੀਂ ਲੱਗੂਗਾ। ਇੱਕ ਹੋਰ ਗੱਲ ਇਹਦੇ ਵਿੱਚ ਸਾਨੂੰ ਸਮਝਾਇਓ, ਫੋਰਨ ਬਾਇਰ ਦੇ ਉੱਤੇ ਬਹੁਤ ਸਾਰਾ ਗੱਲਬਾਤ ਹੋ ਰਹੀ ਹੈ ਕਿ ਫੋਰਨ ਬਾਇਰ ਨੂੰ ਰੋਕਿਆ ਜਾ ਰਿਹਾ ਹੈ ਵੀ ਕਹਿੰਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਇੱਥੇ ਦੇ ਸਿਟੀਜ਼ਨ ਨਹੀਂ ਆ ਉਹ ਆ ਕੇ ਅੰਨਾ ਪੈਸਾ ਮਾਰਕੀਟ ਦੇ ਵਿੱਚ ਸਿੱਟ ਦਿੰਦੇ ਆ ਤੇ ਰੇਟ ਵਧਾ ਦਿੰਦੇ ਆ। ਬੰਦਾ ਇੱਕ ਚੀਜ਼ 2 ਮਿਲੀਅਨ ਦੀ ਲੈਂਦਾ, ਉਹ ਕਹਿੰਦੇ ਨਹੀਂ ਅਸੀਂ 2.5 ਮਿਲੀਅਨ ਦਿੰਦੇ ਚੀਜ਼ ਸਾਡੀ। ਇਹਦਾ ਅਸਰ ਡਾਊਨਟਾਊਨ ਵੈਨਕੂਵਰ ਹੀ ਹੁੰਦਾ, ਉਹ ਸਾਰੇ ਰੇਟ ਵੱਧਦੇ ਆ, ਜਾਂ ਇੱਥੇ ਜਦੋਂ ਆਮ ਘਰਾਂ ਦਾ ਲੈਣ ਦੇਣ ਹੁੰਦਾ ਇਹਦੇ ਵਿੱਚ ਵੀ ਜਿਹੜੀ ਆਫਰ ਪਾਉਣ ਵਾਲੇ ਫੋਰਨ ਬਾਇਰ ਹੁੰਦੇ ਆ ਸਰੀ ਦੇ ਵਿੱਚ? ਸੋਹਤਾ ਸਾਹਿਬ, ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜੀ ਇੱਕ ਧਾਰਨਾ ਤੇ ਮੈਂ ਚੱਲਿਆ ਉਹ ਹੈ ਕਿ ਨੀਤ ਤੇ ਨੀਤੀ ਤੇ ਨੀਅਤ। ਇਹਦੇ ਵਿੱਚ ਜਿਹੜਾ ਤੁਹਾਡਾ ਪੁਆਇੰਟ ਹੈ ਇਹਦੇ ਵਿੱਚ ਸਰਕਾਰ ਦੀ ਨੀਅਤ ਤੇ ਕੋਈ ਸ਼ੱਕ ਨਹੀਂ, ਬਟ ਨੀਤੀ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਇੰਨੀ ਕਾਮਯਾਬ ਹੈਗੀ ਹੈ ਜਾਂ ਇਹਦੇ ਤੇ ਹੋਰ ਕੰਮ ਕਰਨ ਦੀ। ਹਾਂ ਦੇਖੋ, ਮੈਂ ਜਿਵੇਂ ਕਿਹਾ ਕਿ ਇਟਸ ਬਲੈਂਡ ਆਫ, ਕਿਸੇ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ, ਪ੍ਰੋਗਰਾਮ ਨੂੰ, ਪਾਲਿਸੀ ਨੂੰ ਕਾਮਯਾਬ ਬਣਾਉਣਾ ਤਾਂ ਕਿਸੇ ਇੱਕ ਚੀਜ਼ ਨਾਲ ਨਹੀਂ ਹੋ ਸਕਦੀ, ਉਹਦੇ ਵਿੱਚ ਬਲੈਂਡ ਆਫ ਫੈਕਟਰਸ ਜਿਹੜੇ ਉਹ ਕੰਮ ਕਰਦੇ ਹੈਗੇ ਆ। ਫਾਰਨ ਬਾਇਰਸ ਦਾ ਜਿਹੜਾ ਗਵਰਨਮੈਂਟ ਦਾ ਜਿਹੜਾ ਆਮ ਕਮਿਊਨਿਟੀ ਨੂੰ, ਆਮ ਲੋਕਾਂ ਨੂੰ ਜਿਹੜਾ ਇੰਪ੍ਰੈਸ਼ਨ ਇਹ ਹੈ ਕਿ ਜੀ ਬਾਹਰੋਂ ਆ ਕੇ ਬੰਦੇ ਪਤਾ ਨਹੀਂ ਕਿੰਨੀਆਂ ਕੁ ਪ੍ਰਾਈਸ ਵਧਾ ਦਿੰਦੇ ਹੈਗੇ ਆ। 1 ਜਾਂ 2% ਮੈਕਸੀਮਮ ਹੈਗਾ, ਠੀਕ ਹੈ। ਬਾਹਰੋਂ ਜਿਹੜੇ ਲੋਕ ਆਉਂਦੇ ਹੈਗੇ ਆ ਉਹਨਾਂ ਦੇ ਵਿੱਚੋਂ ਜੋ ਮੈਂ ਕੱਲ੍ਹ ਹੀ ਇਹ ਸਟੱਡੀ ਕਰ ਰਿਹਾ ਸੀ ਕਿ 80% ਇਨਵੈਸਟਮੈਂਟ ਪਰਪਸ ਨਾਲ ਆਉਂਦੇ, ਠੀਕ ਹੈ। ਉਹਨਾਂ ਨੇ ਜੇ ਵੈਨਕੂਵਰ ਨਹੀਂ ਇਨਵੈਸਟਮੈਂਟ ਕਰਨੀ, BC 'ਚ ਨਹੀਂ ਕਰਨੀ, ਅਲਬਰਟਾ 'ਚ ਕਰ ਲੈਣਗੇ, ਠੀਕ ਹੈ। ਜਾਂ ਜੇ ਕੈਨੇਡਾ 'ਚ ਨਹੀਂ ਕਰਨ ਦੇਣੀ ਤਾਂ ਕਿ ਆਸਟ੍ਰੇਲੀਆ 'ਚ ਕਰ ਲੈਣਗੇ, ਕਿਸੇ ਹੋਰ ਕੰਟਰੀ 'ਚ ਕਰ ਲੈਣਗੇ, ਠੀਕ ਹੈ। ਉਹਨਾਂ ਨੇ ਤਾਂ ਪੈਸਾ ਇਨਵੈਸਟ ਕਰਨਾ ਹੈਗਾ, ਪ੍ਰੋਫਿਟ ਕਮਾਉਣਾ ਹੈਗਾ। ਸੋ ਇਹਦੇ ਵਿੱਚ ਕੋਈ ਇੰਨਾ ਵੱਡਾ ਫਰਕ ਨਹੀਂ ਪੈਣ ਵਾਲਾ, ਬਟ ਹਾਂ ਕੁਛ ਹੱਦ ਤੱਕ ਜਿਹੜਾ ਉਹ ਸਰਕਾਰ ਦਾ ਜਿਹੜਾ ਹੀਲਾ ਹੈ ਉਹ ਮੈਂ ਕਹਿੰਦਾ ਉਹ ਕਾਮਯਾਬੀ ਵਾਲੇ ਪਾਸੇ ਹੈਗਾ। ਅਤੇ ਬਾਕੀ ਜਿਹੜਾ ਇਹ ਹੈਗਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਅਤੇ ਨਾਨ ਰੀਕ੍ਰੀਏਸ਼ਨਲ ਪ੍ਰੋਪਰਟੀ ਦੇ ਉੱਤੇ ਜਿਹੜਾ ਉਹ ਟੈਕਸ ਲੱਗਣਾ ਫੋਰਨ ਬਾਇਰਸ ਦਾ। ਸੋ ਅੱਜ ਹੀ ਮੈਨੂੰ ਕੋਈ ਗੱਲ ਕਰ ਰਿਹਾ ਸੀ ਕਿ ਨਾਨ ਰੀਕ੍ਰੀਏਸ਼ਨ ਦਾ ਮਤਲਬ ਰੀਕ੍ਰੀਏਸ਼ਨਲ ਪ੍ਰੋਪਰਟੀ 'ਤੇ ਨਹੀਂ ਲੱਗੂਗਾ, ਨਾਨ ਰੈਕ 'ਤੇ ਲੱਗੂਗਾ ਅਤੇ ਰੈਜ਼ੀਡੈਂਸ਼ੀਅਲ 'ਤੇ ਲੱਗੂਗਾ, ਠੀਕ ਹੈ। ਅਤੇ ਜੇ ਰੀਕ੍ਰੀਏਸ਼ਨਲ ਹੈਗੀ ਆ ਉਹਦੇ 'ਤੇ ਨਹੀਂ ਲੱਗੂਗਾ। ਤਾਂ ਉਹ ਬੰਦੇ ਕਹਿੰਦੇ ਯਾਰ ਲੋਕਾਂ ਨੇ ਘਰ ਲੈ ਕੇ ਉੱਤੇ ਮਾੜਾ ਮੋਟਾ ਕੋਈ ਰੀਕ੍ਰੀਏਸ਼ਨ ਦਾ ਉੱਥੇ ਮੰਨ ਲਓ ਕੋਈ ਤੁਸੀਂ ਉੱਥੇ ਆਪਣਾ ਖੋਲ੍ਹ ਲਿਆ, ਜਿਮ ਖੋਲ੍ਹ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਜਿੱਥੇ ਰੀਕ੍ਰੀਏਸ਼ਨਲ ਐਕਟੀਵਿਟੀ ਹੈ ਉਹਦੇ 'ਤੇ ਟੈਕਸ ਨਹੀਂ ਲੱਗੂਗਾ। ਸੋ ਮੈਂ ਸਮਝਦਾ ਵੀ ਲੋਕ ਪਹਿਲਾਂ ਹੀ ਸੋਚੀ ਬੈਠੇ ਹੁੰਦੇ ਆ ਕਿ ਇਸ ਦਾ ਇਸ ਸਮੱਸਿਆ ਦਾ ਹੱਲ ਕੀ ਹੈਗਾ ਇਹ, ਠੀਕ ਹੈ ਨਾ। ਬਟ ਅਗੇਨ ਚਲੋ ਮੈਂ ਐਪਰੀਸ਼ੀਏਟ ਕਰਦਾ ਕਿ ਸਰਕਾਰ ਦੀ ਨੀਅਤ ਇਸ ਸੰਬੰਧ ਵਿੱਚ ਠੀਕ ਹੈ, ਕੁਛ ਇੱਕ ਹੱਦ ਤੱਕ ਉਪਰਾਲਾ ਠੀਕ ਹੈ, ਬਟ ਫੋਰਨ ਬਾਇਰਸ ਦਾ ਮਾਰਕੀਟ ਦੇ ਉੱਤੇ ਇੰਨਾ ਕੋਈ ਅਸਰ ਨਹੀਂ। ਬਾਕੀ ਉਂਝ ਲੋਕਾਂ ਦੇ ਵਿੱਚ ਜ਼ਰੂਰ ਹੈਗਾ ਕਿ ਇਸ ਦਾ ਅਸਰ ਜਿਹੜਾ ਪੈਂਦਾ, ਬਟ ਜੇ ਸਟੈਟਿਸਟਿਕਲੀ ਜੇਕਰ ਤੁਸੀਂ ਦੇਖੋ ਤਾਂ ਮੈਂ ਸਮਝਦਾ ਕਿ 2 ਜਾਂ 3% ਤੋਂ ਵੱਧ ਇਸ ਦਾ ਟੋਟਲ ਮਾਰਕੀਟ ਦੇ ਉੱਤੇ ਅਸਰ ਨਹੀਂ ਹੁੰਦਾ ਗਾ, ਠੀਕ ਹੈ। 80% ਜਿਹੜੇ ਇਨਵੈਸਟਮੈਂਟ ਪਰਪਸ ਨਾਲ ਆ ਉਹ ਕੱਢ ਦਿਓ, ਅਤੇ ਜਿਨ੍ਹਾਂ ਨੇ 20% ਹੈ ਉਹਨਾਂ ਨੇ ਰਹਿਣਾ ਹੈਗਾ ਉਹ ਨਿਊਟਰਲ ਜੀ ਹੋ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਸਟੂਡੈਂਟਸ ਆ ਰਹੇ ਆ ਜਾਂ ਹੋਰ ਬਾਹਰੋਂ, ਮੇਰੇ ਲੜਕੇ ਨੇ ਕੂੰਜ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਅਤੇ ਉੱਥੇ 70% ਜਿਹੜੇ ਸ਼ੇਖਾਂ ਦੇ ਜਾਂ ਦੂਸਰੇ ਅਮੀਰ ਸਾਹਿਬਜ਼ਾਦੀਆਂ, ਠੀਕ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਇਸ ਚੀਜ਼ ਨਾਲ ਪੈਂਦਾ ਗਾ ਜਿਹਨੇ ਇਨਵੈਸਟਮੈਂਟ ਕਰਨੀ ਹੈ। ਇਹਦੇ ਨਾਲ ਮੈਂ ਇੱਕ ਛੋਟੀ ਐਗਜ਼ਾਮਪਲ 6 ਮਹੀਨੇ ਦੀ ਗੱਲ ਹੈ, ਸੋਹਤਾ ਸਾਹਿਬ, ਦਿੱਲੀ ਤੋਂ ਇੱਕ ਬੰਦਾ ਜਿਹੜਾ ਉਹ ਬਿਜ਼ਨਸਮੈਨ ਸੀ ਅਤੇ ਮੈਨੂੰ ਕਹਿੰਦਾ ਜੀ ਸਾਨੂੰ ਕੋਈ ਇੱਥੇ ਪ੍ਰੋਪਰਟੀ ਦਵਾਓ ਤੁਸੀਂ, ਅਸੀਂ ਖਰੀਦਣੀ ਹੈਗੀ ਹੈ। ਤਾਂ ਉਹਦੇ 'ਤੇ ਮੈਂ ਕਿਹਾ ਜੀ 15% ਤੁਹਾਨੂੰ ਦੇਣਾ ਪੈਣਾ, ਤੁਸੀਂ ਬਾਹਰ ਕਿਤੇ। ਉਹ ਕਹਿੰਦਾ ਭਾਜੀ ਛੱਡੋ ਤੁਸੀਂ, 15% ਦੀ ਕਿਹੜੀ ਗੱਲ ਹੈ, ਪੈਸੇ ਲਾਉਣਾ ਦਾ ਕੋਈ ਪਰਵਾਹ ਨਹੀਂ। ਸੋ ਫੋਰਨ ਜਿਹੜੇ ਬਾਹਰ ਜਿਹੜੇ ਹੈਗੇ ਆ ਉਹ ਟੈਕਸ ਬਾਰੇ ਬਹੁਤੇ ਚਿੰਤਤ ਨਹੀਂ, ਉਹਨਾਂ ਨੂੰ ਪ੍ਰੋਪਰ ਲੋਕੇਸ਼ਨ ਅਤੇ ਪ੍ਰੋਪਰ ਜਿਹੜੀ ਪ੍ਰੋਪਰਟੀ ਚਾਹੁੰਦੇ ਉਹ ਮਿਲ ਜੇ। ਸੋ ਉਹ ਜਿਹੜੇ 20% ਹੈਗੇ ਆ ਉਹਨਾਂ ਨੂੰ ਇਸ ਚੀਜ਼ 'ਤੇ ਰਹਿਣ ਵਾਸਤੇ ਕੋਈ ਫਰਕ ਨਹੀਂ ਪੈਂਦਾ। 80% ਇਨਵੈਸਟਮੈਂਟ ਕਿਤੇ ਹੋਰ ਵੀ ਕਰ ਸਕਦੇ ਅਦਰ ਦੈਨ ਕੈਨੇਡਾ। ਨਾਲ ਮੈਂ ਇਹ ਕਹਿੰਦਾ ਕਿ ਗੁੱਡ ਗਵਰਨੈਂਸ ਦੇ ਵਿੱਚ ਇਹ ਆਉਂਦਾ ਹੈਗਾ ਕਿ ਤੁਸੀਂ ਜਿਹੜੀ ਫੋਰਨ ਇਨਵੈਸਟਮੈਂਟ ਹੈ ਉਹਨੂੰ ਐਨਕਰੇਜ ਕਰੋ। ਕੋਈ ਗਵਰਨਮੈਂਟ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੀ ਕਿ ਉਹ ਫੋਰਨ ਇਨਵੈਸਟਮੈਂਟ ਹੈ ਉਸ ਨੂੰ ਡਿਸਕਰੇਜ ਕਰੇ, ਐਂਡ ਰੀਅਲ ਸਟੇਟ ਇਜ਼ ਵਨ ਆਫ ਦੈਮ। ਰੀਅਲ ਸਟੇਟ ਬੇਸਿਕਲੀ ਲੌਬਿੰਗ ਦੇ ਵਿੱਚ ਅਤੇ ਗਵਰਨਮੈਂਟ ਨੂੰ, ਹਰ ਪਾਰਟੀ ਨੂੰ ਫੰਡਿੰਗ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਸੋ ਮੈਂ ਸਮਝਦਾ ਕਈ ਵਾਰੀ ਗੱਲਾਂ ਇਹ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ, ਬਟ ਉਮੀਦ ਹੈ ਕਿ ਚਲੋ ਆਪਾਂ ਨੂੰ ਇਹ ਹੈ ਕਿ ਆਮ ਲੋਕਾਂ ਤੱਕ ਕਰ ਦੀ ਜਿਹੜੀ ਉਹ ਘਰਾਂ ਦੀ ਪਹੁੰਚ ਹੋਵੇ ਅਤੇ ਇਹ ਲਾਗੂ ਹੋਵੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਆਉਣ ਲਈ, ਸ਼ੁਕਰੀਆ ਜੀ। ਦੋਸਤੋ, ਗਿੱਲ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ, ਬਹੁਤ ਸਾਰੀ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਫਲਿੱਪਿੰਗ ਕੀ ਹੁੰਦੀ ਹੈ, ਸਰਕਾਰ ਇਹਦੇ ਬਾਰੇ ਕੀ ਸੋਚਦੀ ਆ, ਅਤੇ ਦੂਜੀ ਇਹ ਲੌਜਿਕ ਵੀ ਕਾਫੀ ਚੰਗਾ ਲੱਗਦਾ ਕਿ ਜਿਹੜਾ ਬੰਦਾ ਦਿੱਲੀ ਤੋਂ ਉੱਠ ਕੇ ਵੈਨਕੂਵਰ ਦੇ ਵਿੱਚ ਕੈਸ਼ ਘਰ ਲੈਣ ਬਾਰੇ ਸੋਚੀ ਬੈਠਾ ਉਹਨੂੰ 15% ਟੈਕਸ ਵੀ ਕੁਛ ਨਹੀਂ ਕਹਿੰਦਾ, ਉਹ ਪੈਸਾ ਵੀ ਲਾ ਦੇਊਗਾ। ਮਾਮਲਾ ਫਿਰ ਉੱਥੇ ਦਾ ਉੱਥੇ ਹੀ ਆ ਕਿ ਜਿਹੜਾ ਪਹਿਲੀ ਵਾਰੀ ਘਰ ਖਰੀਦ ਰਿਹਾ ਉਹਦੇ ਲਈ ਅਫੋਰਡੇਬਿਲਟੀ ਕੀ ਹੈ, ਕੀ ਉਹਦੇ ਪਹੁੰਚ ਦੇ ਵਿੱਚ ਇਹ ਘਰ ਆਉਣਗੇ
ਜਾਂ ਗੱਲਾਂ ਉਪਰੀਆਂ ਰਹਿ ਜਾਂਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਹੋਰ ਜ਼ਿਆਦਾ ਸਪਸ਼ਟ ਹੋਣਗੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।